ਇਲੈਕਸ਼ਨ ਦੀ ਪਰੇਸ਼ਾਨੀ ਕਾਰਨ ਕੁਝ ਲੋਕ ਬਿਲਕੁਲ ਨਹੀਂ ਸੌਂਦੇ। ਕੈਸਾ ਪੰਗਾ ਲੈ ਲਿਆ, ਰਾਤਾਂ ਨੂੰ ਨਹੀਂ ਰੋਂਦੇ। ਪਤਾ ਨਹੀਂ ਕਿਉਂ ਇੰਨੇ ਸਟ੍ਰੈਸ ਵਿੱਚ ਰਹਿੰਦੇ ਨੇ। ਲੇਕਿਨ ਨਵਾਂ ਸ਼ਹਿਰ ਦਾ ਇੱਕ ਨੁਮਾਇੰਦਾ ਐਸਾ ਵੀ ਹੈ ਜਿਸ ਦੀ ਲੋਕਾਂ ਨੂੰ ਹੈ ਫਿਕਰ, ਜਿਸ ਦਾ ਘਰ ਘਰ ਹੈ ਜ਼ਿਕਰ, ਕਿਉਂਕਿ ਉਸ ਦੀ ਮਿਹਨਤ ਸਦਕਾ ਉਸ ਦੇ ਵਾਰਡ ਨੂੰ ਨਵੇਂ ਸ਼ਹਿਰ ਦਾ ਮਾਡਲ ਵਾਰਡ ਕਹਿੰਦੇ ਨੇ। P32 ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਜਾਂ ਵੀਡੀਓ ਕਿਸ ਗਤੀ ਨਾਲ ਅੱਗੇ ਵਧਣ ਵਾਲੀ ਹੈ। ਮਾਡਲ ਵਾਰਡ ਦੀ ਗੱਲ ਕੀਤੀ ਹੈ। ਮਾਡਲ ਵਾਰਡ ਐਕਚੁਅਲ ਵਿੱਚ ਹੁੰਦਾ ਕੀ ਹੈ, ਉਹਦੀ ਡੈਫੀਨੇਸ਼ਨ ਕੀ ਹੈ, ਪਰਿਭਾਸ਼ਾ ਕੀ ਹੈ। ਜਿਸ ਪਾਰਸ਼ਦ ਨੇ ਆਪਣੇ ਵਾਰਡ ਨੂੰ ਮਾਡਲ ਵਾਰਡ ਬਣਾਇਆ, ਕਿਉਂ ਨਾ ਆਪਾਂ ਉਹਨਾਂ ਤੋਂ ਹੀ ਪੁੱਛਦੇ ਹਾਂ। ਪਹਿਲਾਂ ਕਰਦੇ ਸਵਾਗਤ, ਫਿਰ ਕਰਾਂਗੇ ਗੱਲਬਾਤ। ਸਚਿਨ ਜੀ, ਬਹੁਤ ਨਿੱਘਾ ਸਵਾਗਤ ਹੈ ਜੀ। ਥੈਂਕ ਯੂ। PB32 ਨਵਾਂ ਸ਼ਹਿਰ ਦੇ ਸਮੂਹ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਲ ਤਾਂ ਮੈਂ ਪਹਿਲੇ ਹੀ ਲੈ ਲਿਆ ਸੀ ਜੀ ਕਿ ਮਾਡਲ ਵਾਰਡ ਦੀ ਪਰਿਭਾਸ਼ਾ ਕੀ ਹੈ ਜੀ? ਦੇਖੋ, ਮੇਰੇ ਹਿਸਾਬ ਨਾਲ ਮਾਡਲ ਵਾਰਡ ਜਿਹੜਾ ਹੈ ਉਹਦੀ ਪਰਿਭਾਸ਼ਾ ਇਹ ਹੈ ਕਿ ਇੱਕ ਅਜਿਹਾ ਵਾਰਡ ਜਿੱਥੇ ਹਰ ਬੇਸਿਕ ਫੈਸਿਲਿਟੀ, ਸਭ ਤੋਂ ਪਹਿਲਾਂ ਤਾਂ ਬੇਸਿਕ ਫੈਸਿਲਿਟੀ ਦੀ ਗੱਲ ਕਰੀਏ, ਹੋਣੀ ਚਾਹੀਦੀ ਹੈ। ਜਿਵੇਂ ਗਲੀਆਂ ਪੱਕੀਆਂ ਹੋਣ, ਸੀਵਰੇਜ ਪਿਆ ਹੋਵੇ, ਪਾਣੀ ਦੀ ਸੁਵਿਧਾ ਹੋਵੇ, ਸਟਰੀਟ ਲਾਈਟਾਂ ਦੀ ਫੈਸਿਲਿਟੀ ਹੋਵੇ। ਸੋ ਇਹ ਬੇਸਿਕ ਫੈਸਿਲਿਟੀਜ਼ ਜਿਹੜੀ ਆ ਇਹ ਹੋਣੀਆਂ ਚਾਹੀਦੀਆਂ। ਉਹ ਵਾਰਡ ਜਿਹੜਾ ਆ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਵਧੀਆ ਹੋਣਾ ਚਾਹੀਦਾ ਤੇ ਬਿਊਟੀਫਿਕੇਸ਼ਨ ਵੀ ਉਹਦੀ ਹੋਣੀ ਚਾਹੀਦੀ ਹੈ। ਸੈਨੀਟੇਸ਼ਨ ਵੀ ਜ਼ਰੂਰੀ, ਸੈਨੀਟੇਸ਼ਨ, ਯੈਸ। ਔਰ ਲੋਕਾਂ ਦੇ ਕਈ ਨਾ ਮਨਾਂ ਦੇ ਖਦਸ਼ੇ ਨੇ, ਕਿਉਂਕਿ ਹੁਣ ਅਸੀਂ ਵੀ ਕਾਫੀ ਲੋਕਾਂ ਦੇ ਜਿਹੜੇ ਵਾਰਡਸ ਵਿੱਚ ਜਾਂਦੇ ਆ, ਕਾਫੀ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਮਿਲਦੇ ਆ, ਉਹ ਇਹ ਕਹਿੰਦੇ ਨੇ ਕਿ ਜਿਹੜਾ ਸਾਡਾ ਪਾਰਸ਼ਦ ਆ ਇੱਕ ਵਾਰੀ ਜਿੱਤਣ ਤੋਂ ਬਾਅਦ ਮੁੜ ਕੇ ਉਹਨੇ ਚਿਹਰਾ ਨਹੀਂ ਦਿਖਾਇਆ। ਸੋਸ਼ਲ ਅਪੀਅਰੈਂਸ ਵੀ ਬਹੁਤ ਮਾਇਨੇ ਰੱਖਦੀ ਹੈ। ਆਫ ਕੋਰਸ, ਜਿਹੜੀ ਸੋਸ਼ਲ ਅਪੀਅਰੈਂਸ ਦੀ ਆਪਾਂ ਗੱਲ ਕਰੀਏ, ਅੱਜ ਕੱਲ੍ਹ ਜਦੋਂ ਮੈਂ ਤੁਹਾਨੂੰ ਇੱਕ ਪੁਰਾਣੀ ਐਗਜ਼ਾਮਪਲ ਦਿੰਦਾ ਆ, ਜਦੋਂ ਅਸੀਂ MLA ਇਲੈਕਸ਼ਨ ਜਾਂ MP ਇਲੈਕਸ਼ਨ ਦੇ ਵਿੱਚ ਵੋਟਾਂ ਮੰਗਣ ਵਾਸਤੇ ਡੋਰ ਟੂ ਡੋਰ ਜਾਂਦੇ ਆ, ਤੇ ਕੁਝ ਏਰੀਆਜ਼ ਇੱਦਾਂ ਦੇ ਹੁੰਦੇ ਆ ਜਿੱਥੇ ਲੋਕੀ ਇਹ ਡਿਮਾਂਡ ਕਰਦੇ ਆ ਆਪਣੇ ਕਾਉਂਸਲਰ ਤੋਂ ਕਿ ਤੁਹਾਡੀ ਤਾਂ ਕੋਈ ਅਪੀਅਰੈਂਸ ਹੀ ਨਹੀਂ ਰਹੀ, ਅਸੀਂ ਤਾਂ ਤੁਹਾਨੂੰ ਪਿਛਲੇ 2-3 ਸਾਲਾਂ ਤੋਂ ਦੇਖਿਆ ਹੀ ਨਹੀਂ। ਸੋ ਕਿਤੇ ਨਾ ਕਿਤੇ ਮੈਂ ਜਦੋਂ ਇੱਦਾਂ ਅੱਗੇ ਪੁਰਾਣੇ ਸਮੇਂ ਵਿੱਚ ਕੈਂਪੇਨਿੰਗ ਤੇ ਜਾਂਦਾ ਹੁੰਦਾ ਸੀ, ਮੇਰੇ ਮਾਈਂਡ ਦੇ ਵਿੱਚ ਇਹ ਗੱਲ ਹੁੰਦੀ ਸੀ ਕਿ ਜੇ ਕਦੀ ਵੀ ਮੈਨੂੰ ਸੇਵਾ ਦਾ ਮੌਕਾ ਮਿਲਿਆ ਤਾਂ ਮੈਂ ਇਸ ਚੀਜ਼ ਦਾ ਜਿਹੜੀ ਹਿਊਮਿਲਿਟੀ ਜਿਹੜੀ ਫੇਸ ਕਰਨੀ ਪੈਂਦੀ ਹੈ ਇੱਕ ਕਾਉਂਸਲਰ ਨੂੰ, ਉਹ ਮੈਨੂੰ ਨਾ ਫੇਸ ਕਰਨੀ ਪਵੇ। ਜਦੋਂ ਵੀ ਮੈਂ ਕਦੀ ਆਪਣੇ ਵਾਰਡ ਦੇ ਵਿੱਚ ਜਾਵਾਂ ਤਾਂ ਮੇਰੀਆਂ ਜਿਹੜੀਆਂ ਨਜ਼ਰਾਂ ਆ ਉਹ ਸ਼ਰਮ ਦੇ ਨਾਲ ਨਾ ਝੁਕਣ, ਬਲਕਿ ਮੈਂ ਕੌਨਫੀਡੈਂਟਲੀ ਆਪਣੇ ਵਾਰਡ ਦੇ ਵਿੱਚ ਵਿਚਰ ਸਕਾਂ। ਸੋ ਮੇਰੇ ਮਨ ਦੀ ਇਹ ਜਿਹੜੀ ਮੈਂਟੈਲਿਟੀ ਆ ਇਹ ਡੇ 1 ਤੋਂ ਆ। ਜਦੋਂ ਮੈਨੂੰ 6 ਸਾਲ ਪਹਿਲਾਂ ਮੇਰੇ ਵਾਰਡ ਦੇ ਲੋਕਾਂ ਨੇ ਆਸ਼ੀਰਵਾਦ ਦੇ ਕੇ ਕਾਉਂਸਲਰ ਚੁਣਿਆ ਸੀ। ਤੁਸੀਂ ਫੋਰਚੂਨੇਟ ਵੀ ਹੋ ਕਿ ਤੁਹਾਡੀ ਮਿਹਨਤ ਦੇ ਸਦਕਾ ਵੀ ਤੁਹਾਨੂੰ ਇੱਕ ਐਮਬੈਰੈਂਸਮੈਂਟ ਕਦੀ ਫੀਲ ਨਹੀਂ ਕਰਨੀ ਵੀ, ਕਿਉਂਕਿ ਮੇਰੀ ਜਿੰਨੀ ਕੁ ਰਿਸਰਚ ਹੈ ਪਤਾ ਲੱਗਦਾ ਹੈ ਕਿ ਤੁਸੀਂ ਹਰੇਕ ਦੇ ਦੁੱਖ ਸੁੱਖ ਦੇ ਸਾਂਝੇ ਹੋ ਔਰ ਹਰੇਕ ਦੇ ਜੋਏ ਸੌਰਵ ਵਿੱਚ ਤੁਸੀਂ ਪਹਿਲ ਦੇ ਆਧਾਰ ਤੇ ਪਹੁੰਚਦੇ ਹੋ। ਬਿਲਕੁਲ ਜੀ। ਜੇ ਉਹੀ ਜਿਹੜੀ ਮੈਂ ਆਪਣੀ ਗੱਲ ਕੰਟੀਨਿਊ ਕਰਾਂ, ਜੀ ਇਹ ਉਹਦੇ ਤਹਿਤ ਹੀ ਹੈ। ਜਦੋਂ 6 ਸਾਲ ਪਹਿਲਾਂ ਮੈਨੂੰ ਇਸ ਵਾਰਡ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ, ਮੇਰੇ ਮਨ ਦੇ ਵਿੱਚ ਇਹ ਸੀ ਕਿ ਜਦੋਂ ਮੈਂ ਆਪਣੀ ਟਰਮ ਕੰਪਲੀਟ ਕਰਾਂ ਤੇ ਦੁਬਾਰਤੀ ਵੋਟਾਂ ਮੰਗਣ ਜਾਵਾਂ ਤਾਂ ਮੈਨੂੰ ਇਹ ਇੱਦਾਂ ਨਾ ਹੋਣ ਕਿ ਮੈਂ ਕਿਸੇ ਨਾਲ ਨਜ਼ਰਾਂ ਨਾ ਮਿਲਾ ਪਾਵਾਂ ਜਾਂ ਮੈਨੂੰ ਕੋਈ ਇੱਦਾਂ ਦਾ ਕੋਈ ਸਵਾਲ ਨਾ ਕਰੇ ਕਿ ਤੁਸੀਂ ਤਾਂ ਜੀ ਸਾਨੂੰ ਦਿਖੇ ਹੀ ਨਹੀਂ। ਸੋ ਇਹ ਜਿਹੜਾ ਇੱਕ ਮੇਰੇ ਮਨ ਦੇ ਵਿੱਚ ਇੱਕ ਡਰ ਕਹਿ ਲਓ ਜਾਂ ਮੇਰੇ ਮਨ ਦੇ ਵਿੱਚ ਇੱਕ ਇੱਛਾ ਹੁੰਦੀ ਸੀ ਕਿ ਮੈਂ ਸਹੀ ਢੰਗ ਦੇ ਨਾਲ। ਮੇਰੀ ਵੀ ਨਾ ਥੋੜੀ ਜਿਹੀ ਆਬਜ਼ਰਵੇਸ਼ਨ ਹੈ, ਚਲੋ ਤੁਹਾਡੀ ਤਾਂ ਬਹੁਤ ਬਰੋਡ ਹੈ। ਮੇਰੇ ਖਿਆਲ ਪਹਿਲਾ ਹੀ ਵਾਰਡ ਹੋਣਾ ਜਿੱਥੇ ਲੋਕ ਆਪ ਸਵਾਗਤ ਕਰਦੇ ਕਿ ਆਓ ਜੀ, ਅਸੀਂ ਤਾਂ ਧੰਨ ਭਾਗ ਸਾਡੇ ਕਿ ਸਾਡਾ ਪਾਰਸ਼ਦ ਫਿਰ ਤੋਂ ਸਾਡੇ ਘਰ ਆ ਰਿਹਾ, ਮਤਲਬ ਵੋਟਾਂ ਮੰਗਣ ਲਈ 6 ਸਾਲ ਬਾਅਦ ਫਿਰ ਤੋਂ ਆ ਰਿਹਾ। ਹਾਂ, ਮੈਨੂੰ ਐਕਚੁਅਲੀ ਜੇ ਆਪਾਂ ਵੋਟਾਂ ਦੀ ਗੱਲ ਕਰੀਏ ਨਾ, ਤੇ ਮੈਨੂੰ ਜਦੋਂ ਕੈਂਪੇਨਿੰਗ ਆਫੀਸ਼ੀਅਲੀ ਸਟਾਰਟ ਕੀਤੀ ਆ, ਮੈਨੂੰ ਕੋਈ ਜ਼ਿਆਦਾ ਫਰਕ ਨਹੀਂ ਮਹਿਸੂਸ ਹੁੰਦਾ ਕਿ ਮੈਂ ਕੈਂਪੇਨਿੰਗ ਕਰ ਰਿਹਾ ਕਿ ਇਹ ਇਲੈਕਸ਼ਨ ਦੀ ਕੈਂਪੇਨਿੰਗ ਆ, ਬਿਕੋਜ਼ ਮੇਰੀ ਕੰਟੀਨਿਊਟੀ ਜਿਹੜੀ ਆ ਪਿਛਲੇ 6 ਸਾਲਾਂ, ਚਾਹੇ ਮੇਰੀ ਡਿਊਟੀ ਚਾਹੇ 5 ਸਾਲ ਬੰਦ ਸੀ, ਲੇਕਿਨ 1 ਸਾਲ ਜਿਹੜਾ ਐਕਸਟੈਂਡ ਵੀ ਹੋਇਆ, ਉਹਦੇ ਦੌਰਾਨ ਵੀ ਮੈਂ ਕਦੀ ਵੀ ਜਿਹੜੀ ਉਹਦੇ ਦੌਰਾਨ ਵੀ ਮੈਂ ਕਦੀ ਵੀ ਆਪਣੀ ਜਿਹੜੀ ਕੰਟੀਨਿਊਟੀ ਸੀ, ਅਪੀਅਰੈਂਸ ਸੀ, ਜਾਂ ਆਪਣੇ ਵਾਰਡ ਦੇ ਲੋਕਾਂ ਨੂੰ ਮਿਲਦਾ ਹੁੰਦਾ ਸੀ, ਮੈਂ ਹਮੇਸ਼ਾ ਮਿਲਦਾ ਰਿਹਾ। ਮੈਨੂੰ ਨਹੀਂ ਮਹਿਸੂਸ ਹੁੰਦਾ ਕਿ ਇਹ ਮੈਂ ਕੋਈ ਇਲੈਕਸ਼ਨ ਦੀ ਕੈਂਪੇਨ ਕਰ ਰਿਹਾ। ਜਿੱਦਾਂ ਮੈਂ ਅੱਗੇ ਮਿਲਦਾ ਸੀ ਉਦਾਂ ਹੀ ਮੈਂ ਆਪਣੇ ਫੈਮਿਲੀ ਵਾਲਾ ਇਮੋਸ਼ਨ, ਇਹ ਮੇਰਾ ਪਰਿਵਾਰ ਹੈ। ਕਈ ਲੋਕ ਤਾਂ ਇਹ ਇੱਕ ਫਾਰਮੈਲਿਟੀ ਵਾਸਤੇ ਲੋਕਾਂ ਨੇ ਕਈ ਕੈਂਡੀਡੇਟਸ ਨੇ ਬਣਾਇਆ ਕਿ ਮੇਰਾ ਵਾਰਡ ਮੇਰਾ ਪਰਿਵਾਰ, ਲੇਕਿਨ ਮੈਂ ਸੱਚੇ ਦਿਲੋਂ ਕਹਿਣਾ ਕਿ ਮੇਰਾ ਵਾਰਡ ਤੇ ਮੇਰੇ ਵਾਰਡ ਦੇ ਲੋਕ ਜਿਹੜੇ ਆ ਇਹ ਮੇਰਾ ਪਰਿਵਾਰ ਆ। ਔਰ ਮੈਨੂੰ ਬਿਲਕੁਲ ਵੀ ਮਹਿਸੂਸ ਨਹੀਂ ਹੁੰਦਾ ਕਿ ਮੈਂ ਆਪਣੇ ਘਰ ਬੈਠਾ ਕਿ ਮੈਂ ਆਪਣੇ ਵਾਰਡ ਦੇ ਵਿੱਚ ਵਿਚਰ ਰਿਹਾ।
ਜੀ ਜੀ, ਔਰ ਤੁਹਾਡੇ ਨਾਲ ਰਿਲੇਟ ਵੀ ਬਹੁਤ ਜ਼ਿਆਦਾ ਕਰ ਪਾਉਂਦੇ ਨੇ, ਕਿਉਂਕਿ ਜਿਹੜੀ ਤੁਸੀਂ ਗੱਲ ਕੀਤੀ ਕੋਵਿਡ-19 ਦੀ, ਉਦੋਂ ਸੱਚੀ ਜਿਹੜੇ ਵੀ ਤੁਹਾਡਾ ਜਿਹਨਾਂ ਵੀ ਤੁਸੀਂ ਕੰਮ ਕੀਤਾ ਉਹ ਬਹੁਤ ਸ਼ਲਾਘਾਯੋਗ ਸੀ, ਉਹਨੂੰ ਸਾਰਿਆਂ ਨੇ ਐਪਰੀਸ਼ੀਏਟ ਕੀਤਾ। ਨਾਟ ਓਨਲੀ ਇੱਕ ਵਾਰਡ ਨੇ, ਪੂਰੇ ਨਵਾਂ ਸ਼ਹਿਰ ਨੇ ਜਿਹੜਾ ਉਹਨੂੰ ਐਪਰੀਸ਼ੀਏਟ ਕੀਤਾ। ਉਹਦੇ ਵਿੱਚ ਤਾਂ ਮੈਂ ਖੁਦ ਤੁਹਾਡੀਆਂ ਤਸਵੀਰਾਂ ਦੇਖੀਆਂ ਜਿਹਦੇ ਵਿੱਚ ਤੁਸੀਂ ਪਿਆਜ਼ ਵੰਡਦੇ ਹੋ ਰੇਹੜੀ ਲੈ ਕੇ, ਉਹ ਜ਼ਰੂਰ ਇੱਕ ਵਾਰੀ ਵੇਰਵਾ ਜ਼ਰੂਰ ਦਿਓ, ਉਹ ਕਿਹੋ ਜਿਹਾ ਇਮੋਸ਼ਨਸ ਕਿਹੋ ਜਿਹੇ ਸੀਗੇ, ਕਿਉਂਕਿ ਇੱਕ ਤਣਾਅ ਦੀ ਸਥਿਤੀ ਸੀਗੀ। ਮੈਂ ਦੱਸਦਾ ਜੀ ਉਹਦੇ ਬਾਰੇ। ਅੱਛਾ, ਇੱਕ ਹੋਰ ਚੀਜ਼ ਹੈ, ਤੁਸੀਂ ਉਹਦੇ ਵਿੱਚ ਕਰੋਨਾ ਪੋਜ਼ਿਟਿਵ ਵੀ ਆ ਗਏ ਸੀਗੇ ਔਰ ਤਕਲੀਫ 'ਚ ਵੀ ਬੜੇ ਰਹੇ ਹੋ। ਬਿਲਕੁਲ ਜੀ, ਮੈਂ ਆਪਣੇ ਮੂੰਹ ਮੀਆਂ ਮਿੱਠੂ ਨਹੀਂ ਬਣਨਾ ਚਾਹੁੰਦਾ, ਬਟ ਜਿਹੜੀ ਰਿਐਲਿਟੀ ਆ ਉਹਨੂੰ ਸਿਰਫ ਮੈਂ ਥੋੜੀ ਜਿਹੇ ਉਹਦੇ ਵਿੱਚ ਸ਼ਬਦਾਂ ਦੇ ਵਿੱਚ ਦੱਸਾਂਗਾ। ਕੋਵਿਡ ਦੌਰਾਨ ਮੇਰੇ ਪਰਿਵਾਰ ਵੱਲੋਂ ਵੀ ਮੈਨੂੰ ਕਾਫੀ ਦਬਾਅ ਹੁੰਦਾ ਸੀ ਕਿ ਤੁਸੀਂ ਆਪਣੀ ਫਿਕਰ ਕਰੋ, ਆਪਣੇ ਬੱਚਿਆਂ ਦਾ ਸੋਚੋ। ਮੇਰੀਆਂ 3 ਬੇਟੀਆਂ ਆ ਤੇ ਹਰ ਵਕਤ ਮੈਨੂੰ ਮਤਲਬ ਮੇਰੇ ਪਰਿਵਾਰ ਨੂੰ ਮੇਰੀ ਬਹੁਤ ਫਿਕਰ ਰਹਿੰਦੀ ਸੀ। ਬਟ ਮੇਰੇ ਅੰਦਰ ਮੇਰੇ ਵਾਰਡ ਦੇ ਜਿਹੜੇ ਲੋਕ ਸੀ ਉਹਨਾਂ ਦੀ ਫਿਕਰ ਸੀ, ਕਿਉਂਕਿ ਉਹ ਵੀ ਇੱਕ ਤਰ੍ਹਾਂ ਮੇਰੀ ਐਕਸਟੈਂਡਡ ਫੈਮਿਲੀ, ਉਹਨਾਂ ਨੇ ਭਰੋਸਾ ਵੀ ਤੁਹਾਡੇ ਤੇ, ਠੀਕ ਆ, ਉਹਨਾਂ ਨੂੰ ਮੇਰੇ ਤੇ ਭਰੋਸਾ ਸੀ। ਜੇ ਮੈਂ ਆਪਣੇ ਪਰਿਵਾਰ 'ਚ ਹਮੇਸ਼ਾ ਇਹੀ ਗੱਲ ਕਹਿੰਦਾ ਸੀ, ਜੇ ਮੈਂ ਨਹੀਂ ਕਰੂੰਗਾ ਤਾਂ ਕੌਣ ਕਰੂਗਾ। ਜੇ ਲੋਕਾਂ ਨੇ ਮੇਰੇ ਤੇ ਭਰੋਸਾ ਕੀਤਾ, ਜੇ ਇਸ ਟਾਈਮ ਦੇ ਉੱਤੇ ਮੈਂ ਆਪਣੇ ਵਾਰਡ ਦੇ ਲੋਕਾਂ ਦੀ ਸਮੱਸਿਆ ਦਾ ਹੱਲ ਨਹੀਂ ਕਰੂੰਗਾ ਤਾਂ ਕੌਣ ਕਰੂਗਾ। ਦੇਖੋ ਉਸ ਵੇਲੇ ਸਬਜ਼ੀਆਂ, ਐਟਲੀਸਟ ਜਿਹੜੀ ਬੇਸਿਕ ਨੈਸੈਸਿਟੀ ਸੀ ਖਾਣ ਵਾਸਤੇ, ਸਬਜ਼ੀਆਂ, ਆਟਾ, ਉਹਦੀ ਸ਼ਾਰਟੇਜ ਆ ਰਹੀ ਸੀ, ਦੁਕਾਨਾਂ ਬੰਦ ਸੀ, ਕਰਫਿਊ ਲੱਗਾ ਹੋਇਆ ਸੀ, ਸ਼ਾਪਸ ਬੰਦ ਸੀ। ਉਸ ਵੇਲੇ ਕੀ ਹੁੰਦਾ ਸੀ ਕਿ ਆਪਾਂ ਹਰ ਵਾਰਡ ਵਾਸਤੇ ਮਸੀਂ ਇੱਕ ਟਾਈਮ ਹੁੰਦਾ ਸੀ ਕਿ ਜੀ ਇੱਕ ਰੇਹੜੀ ਤੁਹਾਡੇ ਵਾਰਡ ਨੂੰ ਦੇ ਦਿੱਤੀ, ਠੀਕ ਆ। ਉੱਥੇ ਵੀ ਮੈਨੂੰ ਸਬਜ਼ੀ ਮੰਡੀ ਜਾ ਕੇ ਪਹਿਲਾਂ ਮੈਂ ਉੱਥੇ ਖਿੱਚਤਾਨ ਹੁੰਦੀ ਸੀ ਕਿ ਮੇਰੇ ਵਾਰਡ ਨੂੰ ਭੇਜ ਦਿਓ, ਮੇਰੇ ਲੋਕ ਬਹੁਤ ਔਖੇ ਆ, ਮਤਲਬ ਮੈਨੂੰ ਬਹੁਤ ਖਿੱਚਤਾਨ ਕਰਨੀ ਪਈ, ਸਬਜ਼ੀ ਲੈ ਕੇ ਆਓ। ਫਿਰ ਜਿਹੜਾ ਸਬਜ਼ੀ ਬੰਦਾ ਲੈ ਕੇ ਆਇਆ, ਹਰ ਰੇਹੜੀ ਦੇ ਉੱਤੇ ਇੱਕ ਬੰਦਾ ਹੁੰਦਾ ਸੀ ਤੇ ਲਾਈਨ ਲੱਗੀ ਹੁੰਦੀ ਸੀ, ਔਰ ਲਾਈਨ ਲੱਗੀ ਦੇ ਵਿੱਚ ਜਿਹੜਾ ਯਾਦ ਆਉਂਦੇ ਨੇ, ਹਾਂ ਮੈਨੂੰ ਯਾਦ ਆ ਰਿਹਾ, ਮੈਂ ਤੁਹਾਨੂੰ ਜੋਸ਼ ਨਾਲ ਤੁਹਾਨੂੰ ਦੱਸ ਰਿਹਾ ਕਿ ਉਸ ਦੌਰਾਨ ਜਿਹੜਾ ਸਬਜ਼ੀ ਵੇਚਦਾ ਹੁੰਦਾ ਸੀ ਉਹ ਇੱਕ ਬੰਦਾ ਹੁੰਦਾ ਸੀ ਤੇ ਉਹਦੇ ਕੋਲ ਉਹਨੂੰ ਟਾਈਮ ਨਹੀਂ ਸੀ ਲੱਗਦਾ ਕਿ ਮੈਂ ਕਿੱਦਾਂ ਸਬਜ਼ੀ ਤੋਲਾਂ ਕਿ ਕਿੱਦਾਂ ਲੋਕਾਂ ਤੋਂ ਪੈਸੇ ਲਵਾਂ। ਸੋ ਉਸ ਦੌਰਾਨ ਯੋਗਦਾਨ ਪਾਇਆ ਉਹਦੇ ਵਿੱਚ। ਉਸ ਦੌਰਾਨ ਫਿਰ ਮੈਨੂੰ ਸਬਜ਼ੀਆਂ ਤੋਲਣੀਆਂ ਪੈਂਦੀਆਂ ਸੀ। ਉਹਦੇ ਨਾਲ ਮੈਂ ਬਿਕੋਜ਼ ਮੇਰਾ ਆਊਟਰ ਵਾਰਡ ਸੀ, ਸਭ ਤੋਂ ਵੱਡੀ ਗੱਲ, ਜਿਹੜੇ ਤਾਂ ਛੋਟੇ ਇਨਰ ਵਾਰਡ ਆ ਉਹ ਬਹੁਤ ਸਿਮਟੇ ਹੋਏ ਹੁੰਦੇ ਆ, ਉੱਥੇ ਤੁਸੀਂ ਇੱਕ ਵਾਰ ਮਤਲਬ ਸਮਾਨ ਦੀ ਜਿਹੜੀ ਸਪਲਾਈ ਬਹੁਤ ਈਜ਼ੀਲੀ ਕਰ ਸਕਦੇ ਹੋ। ਲੇਕਿਨ ਬਿਕੋਜ਼ ਮੇਰਾ ਵਾਰਡ ਆਊਟਰ ਵਾਰਡ ਸੀ, ਮੈਨੂੰ ਬਹੁਤ ਜ਼ਿਆਦਾ ਐਕਸਟਰਾ ਐਫਰਟਸ ਕਰਨੇ ਪੈ ਰਹੇ ਸੀ। ਆਊਟਰ ਵਾਰਡ ਤੋਂ ਮੈਨੂੰ ਵੀ ਚੇਤਾ ਆ ਰਿਹਾ, ਅਗਰ ਜਦੋਂ ਤੁਸੀਂ 2015 ਵਿੱਚ ਪਹਿਲੀ ਵਾਰ ਐਮਸੀ ਬਣ ਕੇ ਇਸ ਵਾਰਡ ਦੇ ਨਿਯੁਕਤ ਹੋਏ ਹੋ, ਉਦੋਂ ਤੁਹਾਡਾ ਜੀਓਗ੍ਰਾਫੀਕਲ ਏਰੀਆ ਬਹੁਤ ਵੱਡਾ ਸੀ ਮੇਰੇ ਖਿਆਲ ਵਾਰਡ ਦਾ। ਬਿਲਕੁਲ ਔਰ ਕਾਫੀ ਜਿਹੜਾ ਏਰੀਆ ਸੀ ਅੰਡਰ ਡਿਵੈਲਪਡ ਸੀਗਾ। ਫਿਰ ਕਿਵੇਂ ਮੈਨੇਜ ਕੀਤਾ? ਜਦੋਂ ਮੈਂ ਇਲੈਕਸ਼ਨ ਲੜ ਰਿਹਾ ਸੀ, ਜਦੋਂ ਮੈਂ ਇਲੈਕਸ਼ਨ ਜਿੱਤ ਵੀ ਗਿਆ ਵਾਰਡ ਵਾਸੀਆਂ ਦੇ ਆਸ਼ੀਰਵਾਦ ਨਾਲ, ਕਿਤੇ ਨਾ ਕਿਤੇ ਮੇਰੇ ਮਨ 'ਚ ਇਹ ਵੀ ਡਰ ਸੀ ਕਿ ਜਦੋਂ ਮੈਂ ਦੁਆਰਤੀ ਜਾਊਂਗਾ ਵੋਟਾਂ ਮੰਗਣ ਇਸ ਵਾਰਡ ਦੇ ਵਿੱਚ 5 ਸਾਲਾਂ ਬਾਅਦ, ਤੇ ਮੇਰੇ ਗਾਲਾਂ ਪਾਉਂਗੀਆਂ, ਕਿਉਂਕਿ ਮੈਂ ਜੋ ਆਪਣਾ ਪਾਸਟ ਐਕਸਪੀਰੀਅੰਸ ਜੋ ਮੈਂ ਦੇਖ ਰਿਹਾ ਸੀ, 10 ਸਾਲਾਂ ਤੋਂ ਅਕਾਲੀ ਦਲ ਦੀ ਸਰਕਾਰ ਸੀ, ਡਿਵੈਲਪਮੈਂਟ ਕੋਈ ਹੋਈ ਨਹੀਂ ਸੀ, ਠੀਕ ਹੈ। ਸੋ ਮੇਰੇ ਮਨ 'ਚ ਕਿਤੇ ਨਾ ਕਿਤੇ ਡਰ ਸੀ ਕਿ 5 ਸਾਲਾਂ ਬਾਅਦ ਮੈਂ ਡਿਵੈਲਪਮੈਂਟ ਪੱਖੋਂ ਮੈਨੂੰ ਗਾਲਾਂ ਹੀ ਪੈਣੀਆਂ, ਕਿਉਂਕਿ ਵਾਰਡ ਤਾਂ ਸਾਰਾ ਅਨਡਿਵੈਲਪ ਆ, ਮੋਸਟਲੀ ਏਰੀਆਜ਼ ਜਿਹੜੇ ਆ ਅਨਡਿਵੈਲਪ ਸੀ। ਜਿੱਥੇ ਹੁਣ ਅੱਜ ਆਪਾਂ ਇਸ ਘਰ 'ਚ ਬੈਠੇ ਆ, ਇਹ ਜਿਹੜੀ ਕਲੋਨੀ ਹੈਗੀ ਆ, ਇਹ ਮੇਰੇ ਖਿਆਲ 1975 ਦੀ ਬਣੀ ਹੋਈ ਕਲੋਨੀ ਆ। ਲੇਕਿਨ ਇੱਥੇ ਜਿਹੜੀ ਸੜਕ ਆ, ਜਿਹੜੀ ਤੁਸੀਂ ਬਾਹਰੋਂ ਜਦੋਂ ਆਏ ਆ ਅੰਦਰ ਘਰ ਦੇ, ਤਾਂ ਇਹਦੀ ਜਿਹੜੀ ਸੜਕ ਆ ਉਹ ਕੱਚੀ ਸੀ। ਤੁਸੀਂ ਇਮੇਜਿਨ ਕਰ ਸਕਦੇ ਹੋ 2015 ਤੱਕ ਵੀ? ਹਾਂ, 1975 ਦੇ ਵਿੱਚ ਕਲੋਨੀ ਬਣੀ ਤੇ 2015 ਤੱਕ ਇਹ ਸੜਕ ਕੱਚੀ। 50 ਇਅਰਸ। ਯੈਸ। ਔਰ ਮੈਨੂੰ ਬੜੀ ਹੈਰਾਨੀ ਹੋਈ ਦੇਖ ਕੇ ਕਿ ਇਹ ਕੀ ਆ। ਸੋ ਅੱਜ ਮੈਂ ਇੱਕ ਆਪਣੇ ਉੱਤੇ, ਚਲੋ ਫਕਰ ਨਹੀਂ ਕਹਿ ਸਕਦਾ, ਲੇਕਿਨ ਮੈਨੂੰ ਕਾਫੀ ਕੌਨਫੀਡੈਂਸ ਹੈ ਇਸ ਗੱਲ ਦਾ ਕਿ ਜੋ ਡਿਵੈਲਪਮੈਂਟ ਦੇ ਕੰਮ ਅਧੂਰੇ ਸੀ ਉਹਨਾਂ ਨੂੰ ਮੈਂ ਕਿਤੇ ਨਾ ਕਿਤੇ ਆਪਣੇ ਵਾਰਡ ਵਾਸੀਆਂ ਦੇ ਆਸ਼ੀਰਵਾਦ ਨਾਲ, ਉਹਨਾਂ ਦੀ ਗਾਈਡੈਂਸ ਨਾਲ, MLA ਸਾਹਿਬ ਦੇ ਸਹਿਯੋਗ ਨਾਲ ਕੰਪਲੀਟ ਕਰਨ ਦੇ ਵਿੱਚ ਕਾਫੀ ਹੱਦ ਤੱਕ ਮੈਨੂੰ ਲੱਗਦਾ ਕਿ ਮੈਂ ਕਾਮਯਾਬ ਹਾਂ। MLA ਸਾਹਿਬ ਦਾ ਜ਼ਿਕਰ ਕੀਤਾ, ਲੇਕਿਨ ਉਸ ਤੋਂ ਪਹਿਲਾਂ ਮੈਂ ਇੱਕ ਚੀਜ਼ ਵੀ ਕਹਿਣੀ ਚਾਹੁੰਦਾ ਕਿ ਮੈਨੂੰ ਇਸ ਗੱਲ 'ਚ ਕੋਈ ਸੰਕੋਚ ਨਹੀਂ, ਕੋਈ ਡਾਊਟ ਨਹੀਂ ਆ। ਜਿੰਨੀ ਕੁ ਮੇਰੀ ਰਿਸਰਚ ਹੈ, ਯਕੀਨ ਮੰਨਿਓ ਤੁਸੀਂ ਆਪਣੇ ਜਿਹੜੇ ਵਾਰਡ ਦੇ ਲੋਕ ਉਹਨਾਂ ਦਾ ਦਿਲ ਜਿੱਤ ਚੁੱਕੇ ਹੋ, ਤਾਂ ਤੁਹਾਨੂੰ ਬਹੁਤੀ ਘਬਰਾਹਟ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਪਰ ਤੁਸੀਂ MLA ਸਾਹਿਬ ਦਾ ਜ਼ਿਕਰ ਕੀਤਾ ਤਾਂ ਮੈਂ ਗੱਲ ਜ਼ਰੂਰ ਕਹਿਣੀ ਚਾਹਾਂਗਾ, ਲੋਕਾਂ ਦੇ ਮਨਾਂ ਦੇ ਬੜੇ ਖਦਸ਼ੇ ਨੇ।
ਉਹ ਇਹ ਕਹਿੰਦੇ ਨੇ ਕਿ ਇਉਂ ਲੱਗਦਾ ਕਿ ਜਿਹੜਾ ਪੂਰੀ ਡਿਵੈਲਪਮੈਂਟ ਆ ਨਵੇਂ ਸ਼ਹਿਰ ਦੀ ਉਹ ਤੁਹਾਡੇ ਵਾਰਡ 'ਚ ਹੀ ਹੋਈ ਹੈ। ਹਰ ਜਗ੍ਹਾ LED ਲਾਈਟਸ ਨੇ, ਗਲੀਆਂ ਨਾਲੀਆਂ ਪੱਕੀਆਂ ਨੇ, ਸੀਵਰੇਜ ਪਏ ਹੋਏ ਨੇ, ਫਰੈਸ਼ ਏਅਰ ਆਉਂਦੀ ਹੈ। ਇਹਦੇ ਪਿੱਛੇ ਝੋਲ ਕੀ ਹੈ ਜੀ? ਮਤਲਬ ਇਹ ਸਭ ਚੀਜ਼ਾਂ ਪੇਨ ਲੈ ਕੇ ਹੁੰਦੀਆਂ ਨੇ, ਫੁੱਲ ਡੇ ਜੌਬ ਆ ਕਿ ਤੁਹਾਨੂੰ ਸੱਚੀ ਇਉਂ ਲੱਗਦਾ ਕਿ ਤੁਹਾਨੂੰ ਕੋਈ ਪਲੇਜ਼ਰ ਦਿੱਤਾ ਗਿਆ? ਮੈਂ ਦੱਸਦਾ ਜੀ, ਇਹ ਡਿਵੈਲਪਮੈਂਟ ਕਰਾਉਣਾ, ਇਹਦੇ ਪਿੱਛੇ ਕਈ ਚੀਜ਼ਾਂ ਦਾ ਯੋਗਦਾਨ ਆ। ਇਹ ਮੇਰੇ ਇਕੱਲੇ ਦੇ ਹੱਥ ਦੀ ਗੱਲ ਨਹੀਂ ਆ, ਠੀਕ ਆ। MLA ਸਾਹਿਬ ਦਾ ਵੀ ਮੈਨੂੰ ਪੂਰੀ ਸਪੋਰਟ ਰਹੀ ਆ, ਮੈਨੂੰ ਮੇਰੇ ਵਾਰਡ ਦੇ ਲੋਕਾਂ ਦਾ ਆਸ਼ੀਰਵਾਦ ਰਿਹਾ, ਉਹਨਾਂ ਦੀ ਗਾਈਡੈਂਸ ਰਹੀ। ਉਹ ਮੈਨੂੰ ਟਾਈਮ ਤੇ ਜਿਹੜੇ ਮੇਰੇ ਵਾਰਡ ਦੇ ਬਹੁਤ ਜ਼ਿਆਦਾ ਰਿਸਪੈਕਟਡ ਮੈਂਬਰਸ ਆ, ਮੈਨੂੰ ਟਾਈਮ ਤੇ ਸਹੀ ਢੰਗ ਨਾਲ ਗਾਈਡ ਕਰਦੇ ਰਹੇ। ਤੇ ਇਸ ਕਰਕੇ ਔਰ ਮੇਰੇ ਅੰਦਰ ਇੱਕ ਜਜ਼ਬਾ ਵੀ ਸੀ ਕਿ ਮੈਂ ਡਿਵੈਲਪਮੈਂਟ ਕਰਨੀ ਆ, ਠੀਕ ਹੈ। ਇਸ ਕਰਕੇ ਅਸੀਂ ਮੈਂ ਸਮਝਦਾ ਜੇ ਤੁਹਾਡੇ ਅੰਦਰ ਜਜ਼ਬਾ ਹੋਵੇ ਕੁਝ ਕਰਨ ਦਾ, ਤੁਹਾਡੇ ਅੰਦਰ ਇੱਕ ਵਿਜ਼ਨ ਹੋਵੇ ਕਿ ਤੁਸੀਂ ਆਪਣੇ ਕਨਸਟੀਚੁਐਂਸੀ ਨੂੰ, ਆਪਣੇ ਏਰੀਏ ਨੂੰ ਕਿਸ ਢੰਗ ਦੇ ਨਾਲ ਡਿਵੈਲਪ ਕਰਨਾ, ਕੀ ਤੁਸੀਂ ਉਹਦੇ ਬਾਰੇ ਸੋਚਿਆ ਹੋਇਆ ਆ, ਉਹ ਜੇ ਤੁਹਾਡੇ ਅੰਦਰ ਇੱਕ ਪ੍ਰੋਪਰ ਵਿਜ਼ਨ ਆ, ਤੁਸੀਂ ਤਾਂ ਹੀ ਕਾਮਯਾਬ ਹੋਵੋਗੇ। ਔਰ ਮੇਰੇ ਅੰਦਰ ਉਹ ਸੀ, ਇਸ ਕਰਕੇ ਮੈਂ ਇੱਕ ਸਵਾਲ ਦਾ ਜਵਾਬ ਚਾਹਨਾ, ਨਟਸ਼ੈਲ 'ਚ ਹੀ ਬੇਸ਼ੱਕ ਦੇ ਦਿਓ। ਇਹ ਫੁੱਲ ਡੇ ਜੌਬ ਹੈ ਕਿ ਤੁਹਾਨੂੰ ਇਉਂ ਲੱਗਦਾ ਕਿ ਮੈਂ ਦੁਕਾਨ ਤੇ ਵੀ ਬਾਅਦ 'ਚ ਜਾ ਕੇ ਬਹਿ ਸਕਦਾ, ਮੈਂ ਆਪਣਾ ਬਿਜ਼ਨਸ ਵੀ ਚਲਾ ਸਕਦਾ? ਕਿ ਤਰੱਕੀ ਇਸ ਕਰਕੇ ਕਿ ਤੁਸੀਂ ਇਹਨੂੰ ਫੁੱਲ ਡੇ ਜੌਬ ਸਮਝਿਆ, ਕਿ ਤਰੱਕੀ ਇਸ ਕਰਕੇ ਬਾਕੀ ਜਗ੍ਹਾ ਤੇ ਨਹੀਂ ਹੁੰਦੀ? ਲੋਕੀ ਜਿਹੜੇ ਆ ਜਾਂ ਹੋਰ ਜਿਹੜੇ ਪਾਰਸ਼ਦ ਨੇ ਉਹ ਆਪਣੇ ਕੰਮਾਂ ਕਾਰਾਂ 'ਚ ਵਿਅਸਤ ਹੋਏ ਨੇ, ਫਿਰ ਸੈਟਰਡੇ ਸੰਡੇ ਵੀ ਉਹਨਾਂ ਨੇ ਕਿਸੇ ਦੇ ਰਿਸ਼ਤੇਦਾਰੀਆਂ ਤੇ ਜਾਣਾ ਹੁੰਦਾ, ਫਿਰ ਇਉਂ ਹੀ ਕਹਿੰਦੇ ਹੁੰਦੇ ਆ ਪਰਸੋਂ ਨੂੰ ਆ ਜਾਓ ਯਾਰ, ਪਰਸੋਂ ਨੂੰ ਆਪਾਂ ਜਿਹੜਾ ਤੁਹਾਡੇ ਸਾਈਨ ਕਰ ਦਾਂਗੇ ਜਾਂ ਪਰਸੋਂ ਨੂੰ ਗਵਾਹੀ ਪਾ ਦਾਂਗੇ। ਦੇਖੋ, ਮੇਰਾ ਇਹ ਮੰਨਣਾ ਆ ਕਿ ਜਦ ਤੁਹਾਨੂੰ ਲੋਕਾਂ ਨੇ ਆਪਣਾ ਨੁਮਾਇੰਦਾ ਚੁਣਿਆ ਆ, ਤੁਸੀਂ ਉਸ ਦਿਨ ਤੋਂ ਹੀ ਇੱਕ ਤੁਹਾਡੇ ਅੰਦਰ ਇੱਕ ਮੋਰਲ ਰਿਸਪੌਂਸਿਬਿਲਿਟੀ ਆ ਜਾਂਦੀ ਆ ਕਿ ਤੁਸੀਂ ਆਪਣੇ ਵਾਰਡ ਦੇ ਲੋਕਾਂ ਨੂੰ ਸਰਵ ਕਰੋ। ਔਰ ਮੇਰੇ ਵਾਸਤੇ ਨਾ ਸੰਡੇ ਆ, ਨਾ ਸੈਟਰਡੇ ਆ, ਨਾ ਕੋਈ ਹੋਰ ਛੁੱਟੀ ਆ। ਮੇਰੇ ਲਈ ਮੈਂ ਹਰ ਵਕਤ ਅਵੇਲੇਬਲ ਆ। ਜਿੱਦਾਂ ਕਹਿੰਦੇ ਨਾ, ਆਈ ਐਮ ਜਸਟ ਕਾਲ ਅਵੇ, ਜਸਟ ਅ ਫੋਨ ਕਾਲ ਅਵੇ। ਸੋ ਪਰ ਚੰਗੀ ਗੱਲ ਹੈ ਤੁਹਾਡੀ ਕਾਲ ਮੋਦੀ ਸਾਹਿਬ ਵਾਲੀ ਕਾਲ ਨਹੀਂ ਹੈ ਜੀ। ਅੱਛਾ, ਮੇਰੀ ਇੱਕ ਤੁਹਾਡੇ ਨਾਲ ਇੱਕ ਛੋਟੀ ਜਿਹੀ ਸਟੋਰੀ ਹੈ। ਮੈਂ ਕਿਉਂ ਕਿਹਾ ਸੀ ਕਿ ਮੈਨੂੰ ਸੰਕੋਚ ਨਹੀਂ ਹੈ, ਕਿਉਂਕਿ ਮੈਂ ਵੀ ਇੱਕ ਵਾਰੀ ਪਾਸਪੋਰਟ ਲਈ ਗਵਾਹੀ ਦਾ ਜਿਹੜਾ ਉਹ ਪ੍ਰੋਸਪੈਕਟ ਸੀਗਾ, ਤਾਂ ਮੈਂ ਉਹ ਸਟੋਰੀ ਤਾਂ ਸਾਂਝੀ ਕਰਨੀ ਚਾਹੁੰਦਾ ਕਿ ਸਚਿਨ ਜੀ ਨੂੰ ਮੈਂ ਕਾਲ ਕਰ ਰਿਹਾ ਸੀ ਬਾਰ-ਬਾਰ। ਇਹਨਾਂ ਨਾਲ ਸਿਰਫ ਮੇਰੀ ਗੱਲ ਹੋ ਗਈ ਸੀ ਕਿ ਮੇਰੇ ਸਾਈਨ ਕਰਨੇ ਬੜੇ ਜ਼ਰੂਰੀ ਆ ਜੀ, ਤੁਹਾਡੀ ਗਵਾਹੀ ਆ। ਇਹਨਾਂ ਨੇ ਫੋਨ ਇੱਕ ਵਾਰੀ ਸੁਣ ਕੇ ਕੱਟ ਦਿੱਤਾ। ਉਸ ਤੋਂ ਬਾਅਦ ਪੁਲਿਸ ਵਾਲਾ ਜਿਹੜੇ ਆਉਂਦੇ ਹੁੰਦੇ ਆ ਕੌਪ, ਉਹ ਘਰ ਆਏ ਸੀਗੇ। ਮੈਂ ਬਾਰ-ਬਾਰ ਭਾਜੀ ਨੂੰ ਫਿਰ ਕਾਲ ਕਰ ਰਿਹਾ ਸੀ, ਲੇਕਿਨ ਇਹਨਾਂ ਨੇ ਕਾਲ ਪਿਕ ਨਹੀਂ ਕੀਤੀ। ਤਾਂ ਆਈ ਵਾਜ਼ ਲਿਟਲ ਬਿਟ ਵਰਿਡ ਕਿ ਯਾਰ ਬੰਦਾ ਫੋਨ ਨਹੀਂ ਚੱਕ ਰਿਹਾ। ਲੇਕਿਨ ਉਸੇ ਵੇਲੇ ਮੈਨੂੰ ਪੁਲਿਸ ਵਾਲੇ ਨੇ ਕਿਹਾ ਕਿ ਭਾਜੀ ਤੁਸੀਂ ਸਚਿਨ ਭਾਜੀ ਨੂੰ ਕਾਲ ਤਾਂ ਨਹੀਂ ਕਰ ਰਹੇ? ਮੈਂ ਕਿਹਾ ਹਾਂਜੀ ਕਰ ਰਿਹਾ। ਕਹਿੰਦੇ ਭਾਜੀ ਉਹ ਸਾਈਨ ਪਹਿਲੇ ਹੀ ਕਰ ਗਏ। ਸੋ ਇਹ ਰੀਅਲੀ ਬਹੁਤ ਸਰਪ੍ਰਾਈਜ਼ਿੰਗ ਸੀ ਔਰ ਇਸ ਚੀਜ਼ ਦੀ ਮੈਂ ਸ਼ਲਾਘਾ ਕਰਦਾ। ਇਸ ਕਰਕੇ ਮੈਂ ਕਿਹਾ ਸੀ ਕਿ ਤੁਸੀਂ ਦਿਲ ਆ ਉਹ ਜਿੱਤ ਚੁੱਕੇ ਹੋ, ਤੁਹਾਨੂੰ ਵਰੀ ਨਹੀਂ ਹੋਣਾ ਚਾਹੀਦਾ ਜੀ। ਨਹੀਂ, ਮੈਂ ਵਰਿਡ ਤਾਂ 1% ਵੀ ਨਹੀਂ ਆ। ਉਹਦਾ ਕਾਰਨ, ਸਭ ਤੋਂ ਮੇਨ ਕਾਰਨ ਕੀ ਆ ਕਿ ਵਰਿਡ ਤਾਂ ਉਹ ਹੋਵੇ ਜਿਹਨੂੰ ਇਹਦੇ ਵਿੱਚੋਂ ਜੇ ਉਹਨੂੰ ਹੋਵੇ ਕਿ ਇਲੈਕਸ਼ਨ ਜਿੱਤਣ ਤੋਂ ਬਾਅਦ ਮੈਂ ਕੋਈ ਇਹਦੇ ਵਿੱਚੋਂ ਕੋਈ ਵਪਾਰ ਬਣਾਉਣਾ, ਇਹਦੇ ਤੋਂ ਕੋਈ ਪਰਸਨਲ ਫਾਇਦੇ ਲੈਣੇ। ਮੇਰਾ ਕੀ ਕੰਮ ਹੈ? ਮੇਰਾ ਸੋਚਣਾ ਹੈ, ਮੈਂ ਕਰਨੀ ਆ ਸੇਵਾ। ਜੇ ਮੇਰੇ ਵਾਰਡ ਦੇ ਲੋਕ ਮੈਨੂੰ ਇਸ ਕਾਬਿਲ ਸਮਝੂਗੇ ਕਿ ਮੈਂ ਇਸ ਸੇਵਾ ਦੇ ਲਾਇਕ ਹਾਂ, ਟਰਸਟ ਕਰਦੇ ਨੇ ਤੁਹਾਡੇ ਵਾਰਡ ਦੇ ਲੋਕ, ਜੇ ਮੈਨੂੰ ਪੂਰਾ ਵਿਸ਼ਵਾਸ ਆ ਕਿ ਮੇਰੇ ਵਾਰਡ ਦੇ ਲੋਕ ਜਿਹੜੇ ਆ ਉਹ ਮੇਰੇ ਤੇ ਟਰਸਟ ਕਰਦੇ ਆ। ਅੱਛਾ, ਮੈਂ ਤੁਹਾਨੂੰ ਪਿੱਛੇ ਰੋਕਣਾ ਵੀ ਚਾਹੁੰਦਾ ਕਿਉਂਕਿ ਮੈਨੂੰ ਪਤਾ ਕਿ ਤੁਹਾਡੇ ਜਿਹੜੇ ਸਪੋਰਟਰਸ ਨੇ ਬਾਹਰ ਵੇਟ ਵੀ ਕਰ ਰਹੇ ਨੇ, ਮੇ ਵੀ ਤੁਸੀਂ ਕੰਪੇਨ ਤੇ ਜਾਣਾ ਜਾਂ ਹੋਰ ਪ੍ਰਚਾਰ ਤੇ ਜਾਣਾ। ਇੱਕ ਚੀਜ਼ ਕਹਿੰਦੇ ਨੇ ਕਿ ਤੁਹਾਡੇ ਔਰ ਬੱਲੂ ਪ੍ਰਧਾਨ ਵਿੱਚ ਬੜੀ ਸਿਮਿਲਰ ਹੈ। ਕਹਿੰਦੇ ਕੋਈ ਸਿਚੁਏਸ਼ਨ ਅਕਰ ਕਰੇ 5 ਮਿੰਟ 'ਚ ਦੋਨੇ ਪਹੁੰਚ ਜਾਂਦੇ ਨੇ। ਇਹ ਕਿਹੜਾ ਤੁਸੀਂ ਨੈਵੀਗੇਸ਼ਨ ਲਾਈ ਹੈ ਜੀ? ਕਿਹੜਾ ਮੀਟਰ ਹੈ ਤੁਹਾਡੇ ਕੋਲ? ਦੇਖੋ, ਨੈਵੀਗੇਸ਼ਨ ਦੀ ਗੱਲ ਨਹੀਂ ਆ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਨੂੰ ਸਿਰਫ ਇੱਕ ਕਾਲ ਦੀ ਲੋੜ ਹੁੰਦੀ ਆ। ਜਦੋਂ ਕਿਸੇ ਵੀ ਵਾਰਡ ਦੇ ਮੇਰੇ ਵਾਸੀ ਨੂੰ ਮੇਰੀ ਲੋੜ ਆ, ਮੈਨੂੰ ਕਾਲ ਆਉਂਦੀ ਆ, ਮੇਰੇ ਅੰਦਰ ਇੱਕ ਤਲਬ ਸ਼ੁਰੂ ਹੋ ਜਾਂਦੀ ਆ ਕਿ ਕਾਲ ਆਈ ਆ, ਉਹਨੂੰ ਵੇਟ ਨਾ ਕਰਨੀ ਪਵੇ, ਮੈਂ ਜਲਦੀ ਪਹੁੰਚ ਜਾਵਾਂ ਜਦੋਂ ਮੇਰੀ ਲੋੜ ਪਈ। ਮੇਰੇ ਅੰਦਰੋਂ ਇੱਕ ਲਾਈਕ ਮੇਰੇ ਪਰਿਵਾਰ ਦੇ ਲੋਕ ਮੇਰੇ ਨਾਲ ਲੜਦੇ ਆ। ਉਹ ਕਹਿੰਦੇ ਕਿ ਜਦੋਂ ਅਸੀਂ ਤੁਹਾਨੂੰ ਕੋਈ ਘਰ ਦਾ ਕੰਮ ਕਹਿੰਦੇ ਆ ਤਾਂ ਤੁਸੀਂ 100 ਬਹਾਨੇ ਹੁੰਦੇ ਤੁਹਾਡੇ ਕੋਲ, ਜਾਂ ਤੁਸੀਂ ਉਹਨੂੰ ਪੈਂਡਿੰਗ ਪਾ ਦਿੰਦੇ ਆ। ਜਦੋਂ ਤੁਹਾਡੇ ਵਾਰਡ ਤੋਂ ਕੋਈ ਫੋਨ ਆਉਂਦਾ ਤਾਂ ਤੁਸੀਂ ਦੌੜੇ ਜਾਂਦੇ ਆ। ਸੋ ਮੇਰਾ ਇਹੀ ਕਾਰਨ ਹੈ ਨਾ। ਮੈਂ ਜਦੋਂ ਆਇਆ, ਕੁਝ ਲੋਕ ਜਿਹੜੇ ਬਾਹਰ ਖੜੇ ਸੀ ਉਹ ਕਹਿੰਦੇ ਸੀਗੇ ਕਿ ਸਚਿਨ ਭਾਜੀ ਸ਼ਾਇਦ ਨਜਾਇਜ਼ ਹੀ ਮਿਹਨਤ ਕਰ ਰਹੇ ਨੇ, ਸਾਰਾ ਵਾਰਡ ਤਾਂ ਆਪ ਮੁਹਾਰੇ ਤੁਹਾਡੇ ਨਾਲ। ਨਹੀਂ, ਚਲੋ ਉਹਨੂੰ ਕਿਵੇਂ ਦੇਖਦੇ? ਮੈਂ ਦੱਸਦਾ, ਦੇਖੋ, ਇਲੈਕਸ਼ਨ ਇਜ਼ ਇਲੈਕਸ਼ਨ।
ਔਰ ਮੈਂ ਓਵਰ ਕੌਨਫੀਡੈਂਟ ਹੋ ਕੇ ਇਹ ਇਲੈਕਸ਼ਨ ਨਹੀਂ ਲੜਨਾ ਚਾਹੁੰਦਾ। ਔਰ ਦੂਸਰੀ ਗੱਲ, ਚਲੋ ਕਿਤੇ ਨਾ ਕਿਤੇ ਇਹ ਵੀ ਹੈ ਕਿ ਸਾਡੇ ਜਿਹੜੀਆਂ ਵਿਰੋਧੀ ਧਿਰਾਂ ਆ, ਚਾਹੇ ਉਹ ਸਾਡੀ ਓਪੋਜੀਸ਼ਨ ਲਾਈਕ ਅਕਾਲੀ ਦਲ ਪਾਰਟੀ ਹੋਵੇ, ਚਾਹੇ ਉਹ ਸਾਡੀ ਪਾਰਟੀ ਦੇ ਹਮਖਿਆਲੀ ਜਿਹੜੇ ਜਿਹਨੂੰ ਅਕਾਲੀਆਂ ਦੇ ਹਮਖਿਆਲੀ ਹਮਖਿਆਲੀ ਅਕਾਲੀਆਂ ਦੇ ਹਮਖਿਆਲੀ। ਸੋ ਉਹਨਾਂ ਨੇ ਪਤਾ ਨਹੀਂ ਕਿਉਂ ਉਹਨਾਂ ਦੇ ਮਨਾਂ ਦੇ ਵਿੱਚ ਕਿਸ ਚੀਜ਼ ਦਾ ਡਰ ਆ ਕਿ ਉਹਨਾਂ ਨੇ ਆਪਣੀ ਸਾਰੀ ਤਾਕਤ ਸਿਰਫ ਮੇਰੇ ਵਾਰਡ 'ਚ ਹੀ ਘੁੰਮੀ ਹੋਈ ਆ, ਚੌਕੀ ਹੋਈ ਆ। ਹਾਂ। ਸੋ ਮਤਲਬ ਮੈਨੂੰ ਬੜੀ ਇੰਟਰਸਟਿੰਗ ਲੱਗੀ ਸੱਚਨ ਜੀ, ਕਿਉਂਕਿ ਤੁਹਾਡਾ ਵੀ ਤਜਰਬਾ ਹੈ। ਮੈਂ ਬਾਹਰ ਆਇਆ ਜਾਂ ਹੁਣ ਅਸੀਂ ਵਿਚਰਦੇ 19 ਦੇ 19 ਵਾਰਡਸ ਵਿੱਚ ਜਾਂਦੇ ਆ, ਮੈਂ ਕਿਸੇ ਨੂੰ ਅੰਡਰ ਐਸਟੀਮੇਟ ਨਹੀਂ ਕਰਦਾ ਜਾਂ ਮੈਂ ਕਿਸੇ ਦੇ ਅਗੇਂਸਟ ਨਹੀਂ ਆ। ਜਿਹੜੇ ਤੁਹਾਡੇ ਕੰਪੀਟੀਸ਼ਨ 'ਚ ਨੇ ਉਹਨਾਂ ਦਾ ਮੈਂ ਤਸਵੀਰ ਦੇਖੀ, ਉੱਤੇ ਹੀ ਲਿਖਿਆ ਸੀ ਕਿ ਮੇਰਾ ਪੋਲੀਟੀਕਲ ਬੈਕਅਪ ਨਹੀਂ ਆ ਕੋਈ, ਇਸ ਕਰਕੇ ਮੈਨੂੰ ਵੋਟ ਪਾਓ। ਤਾਂ ਮੈਂ ਉੱਥੇ ਖੜ ਕੇ ਸੋਚ ਰਿਹਾ ਸੀ ਕਿ ਅਗਰ ਮੈਂ ਵੋਟਰ ਹੋਵਾਂ ਕਿ ਇਹ ਚੀਜ਼ ਮੈਨੂੰ ਜਸਟੀਫਾਈ ਕਰਦੀ ਹੈ? ਮਤਲਬ ਇਹ ਚੀਜ਼ ਤੁਹਾਨੂੰ ਕੀ ਲੱਗਦਾ ਕਿ ਕੋਈ ਮੁੱਦਾ ਹੀ ਨਹੀਂ ਰਿਹਾ ਕਿ ਇੱਥੇ ਡਿਵੈਲਪਮੈਂਟ ਇੰਨੀ ਹੋ ਗਈ ਆ? ਜਾਂ ਸ਼ਾਇਦ ਕਈ ਜੋਕ ਵਿੱਚ ਇਹ ਵੀ ਕਹਿੰਦੇ ਨੇ ਕਿ ਨੰਬਰ 1 ਦਾ ਜਿਹੜਾ ਅਵਾਰਡ ਆ ਉਹ ਤੁਹਾਡਾ ਵਾਰਡ ਦਿਖਾ ਕੇ ਲੈ ਲੈਂਦੇ? ਦੇਖੋ, ਮੈਂ ਉਹਦੇ ਵਾਸਤੇ ਵੀ ਤੁਹਾਨੂੰ ਦੱਸਦਾ। ਤੁਸੀਂ ਜੇ ਇਹਨਾਂ ਦਾ ਮੇਰੇ ਜਿਹੜਾ ਓਪੋਨੈਂਟ ਆ ਉਹਦਾ ਮੈਨੀਫੈਸਟੋ ਦੇਖਿਆ ਹੋਵੇ ਤੇ ਉਸ ਮੈਨੀਫੈਸਟੋ ਦੇ ਵਿੱਚ ਉਹਨਾਂ ਨੇ ਕਿਤੇ ਵੀ ਡਿਵੈਲਪਮੈਂਟ ਦਾ ਜ਼ਿਕਰ ਨਹੀਂ ਕੀਤਾ। ਹੋ ਗਈ ਹੈ ਸਰ ਇਸ ਕਰਕੇ? ਹਾਂ, ਕਿਉਂਕਿ ਮੇਰੇ ਓਪੋਨੈਂਟ ਦੇ ਕੋਲ ਕੋਈ ਮੁੱਦਾ ਹੀ ਨਹੀਂ ਆ ਇਲੈਕਸ਼ਨ ਲੜਨ ਦਾ। ਇੱਕ ਮੁੱਦਾ ਹੈ ਜੀ ਵੈਸੇ, ਇਹਨੂੰ ਮੇਨਟੇਨ ਤਾਂ ਕਰਨਾ ਪਏਗਾ ਨਾ, ਉਹਦੇ ਲਈ ਤਾਂ ਜਿਹੜਾ ਦਿਨ ਰਾਤ ਫਿਰ ਇੱਕ ਕਰਨਾ ਪਏਗਾ। ਹਾਂ, ਕਰਨਾ ਪਏਗਾ, ਲੇਕਿਨ ਉਹਦੇ ਲਈ ਸੱਜਣ ਜੀ ਤਿਆਰ ਨੇ। ਜਿਹੜਾ ਉਹਨਾਂ ਦਾ ਮੈਨੀਫੈਸਟੋ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ, ਇੱਕ ਵਾਰ ਵੀ ਇਹ ਜ਼ਿਕਰ ਹੀ ਨਹੀਂ ਕੀਤਾ ਕਿ ਅਸੀਂ ਕੋਈ ਡਿਵੈਲਪਮੈਂਟ ਕਰਾਂਗੇ, ਕਿਉਂਕਿ ਆਲਰੇਡੀ ਡਿਵੈਲਪਮੈਂਟ ਹੋ ਚੁੱਕੀ ਆ ਜੀ। ਤੇ ਉਹਨਾਂ ਦੇ ਮੈਨੀਫੈਸਟੋ 'ਚ ਇੱਕ ਸਿੰਪਲੀ ਲਾਈਕ ਜਿੱਦਾਂ ਕਹਿੰਦੇ ਇਮੋਸ਼ਨਲ ਬਲੈਕਮੇਲ ਵਾਲਾ ਮੈਨੀਫੈਸਟੋ ਤਿਆਰ ਕੀਤਾ ਗਿਆ ਆ ਕਿ ਹਾਂ ਮੇਰਾ ਕੋਈ ਪੋਲੀਟੀਕਲ ਬੈਕਅਪ ਨਹੀਂ ਆ ਤੇ ਮੇਰਾ ਸਾਥ ਦਿਓ। ਸੋ ਮੇਰੇ ਹਿਸਾਬ ਨਾਲ ਇਲੈਕਸ਼ਨ ਲੜਨ ਵਾਸਤੇ ਇਹ ਜਿਹੜਾ ਮੈਨੀਫੈਸਟੋ ਇੱਕ ਬਹੁਤ ਹੀ ਕਮਜ਼ੋਰ ਮੈਨੀਫੈਸਟੋ ਆ, ਕਿਉਂਕਿ ਤੁਸੀਂ ਲੋਕਾਂ ਦੀ ਆਵਾਜ਼ ਪੁੱਟ ਅਪ ਕਰਨਾ ਚਾਹੁੰਦੇ ਹੋ, ਲੜਨਾ ਚਾਹੁੰਦੇ ਹੋ ਲੋਕਾਂ ਹੋਰ ਕਈ ਮੁੱਦੇ ਆ ਇਲੈਕਸ਼ਨ ਲੜਨ ਲਈ, ਤੇ ਕੱਲਾ ਡਿਵੈਲਪ ਕਰਾਤਾ ਤਾਂ ਇੱਥੇ ਖਤਮ ਨਹੀਂ ਹੋ ਜਾਂਦਾ, ਉਹਨੂੰ ਮੇਨਟੇਨ ਕਰਨਾ ਪੈਂਦਾ। ਸੱਚੀ ਦੀ ਤਿਆਰ ਨੇ ਮੇਨਟੇਨ ਕਰਨ ਲਈ? ਆਈ ਐਮ 110% ਰੈਡੀ ਫॉर ਦਿਸ। ਇਹ ਤਾਂ ਨਹੀਂ ਹੋਊਗਾ ਹੁਣ ਬੇਟੀਆਂ ਕਹਿਣ ਕਿ ਪਾਪਾ ਤੁਸੀਂ ਬਹੁਤ ਡਿਵੈਲਪਮੈਂਟ ਕਰਾ ਲਈ, ਹੁਣ ਤੁਸੀਂ ਘਰ ਸਾਡੇ ਕਰੋ, ਸਾਡੇ ਨਾਲ ਖੇਡੋ, ਜਾਂ ਤੁਹਾਡੇ ਯੰਗਰ ਬ੍ਰਦਰ ਜਿਹੜੇ ਬਾਰ-ਬਾਰ ਕਹਿੰਦੇ ਰਹਿੰਦੇ ਨੇ ਕਿ ਯਾਰ ਆਪਣੇ ਆਪ ਨੂੰ ਵੀ ਟਾਈਮ ਦਿਓ, ਫੈਮਿਲੀ ਨੂੰ ਵੀ ਟਾਈਮ ਦਿਓ, ਫਿਰ ਕਿਤੇ ਗੁੰਮਰਾਹ ਤਾਂ ਨਹੀਂ ਹੋ ਜਾਊਗਾ ਯਾਰ ਬੜੀ ਡਿਵੈਲਪਮੈਂਟ ਕਰਾ ਲਈ, ਹੁਣ ਥੋੜਾ ਆਰਾਮ ਕਰ ਲਈ? ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੇਰਾ ਵਾਰਡ ਜਿਹੜਾ ਆ ਉਹ ਰਿਐਲਿਟੀ ਨਾਲ ਮੇਰਾ ਪਰਿਵਾਰ ਆ। ਸੋ ਜਿਸ ਤਰ੍ਹਾਂ ਮੇਰੀ ਇਮੀਡੀਏਟ ਫੈਮਿਲੀ ਆ, ਉਸੇ ਤਰ੍ਹਾਂ ਮੇਰੇ ਵਾਰਡ ਦੇ ਮੈਂਬਰ ਆ। ਸੋ ਮੈਂ ਹਰ ਵੇਲੇ ਡੈਡੀਕੇਟਿਡ ਆ ਆਪਣੇ ਵਾਰਡ ਦੇ ਜਿੰਨੇ ਵੀ ਮੇਰੇ ਪਰਿਵਾਰ ਦੇ ਮੈਂਬਰ ਆ, ਮੇਰੇ ਵਾਰਡ ਦੇ ਮੈਂਬਰ ਆ, ਉਹਨਾਂ ਦੀ ਸੇਵਾ ਕਰਨ ਲਈ। ਸੋ ਮੈਨੂੰ ਇੱਥੇ ਮਜ਼ਾ ਆਉਂਦਾ ਆਪਣੇ ਵਾਰਡ ਦੇ ਵਿੱਚ ਕੰਮ ਕਰਕੇ। ਮੈਂ ਕੋਈ ਏਦਾਂ ਨਹੀਂ ਕਰਦਾ ਕਿ ਉਹ ਮੈਨੂੰ ਕੋਈ ਮਤਲਬ ਮੈਨੂੰ ਕੰਮ ਨਹੀਂ ਸਮਝਦਾ, ਮੇਰਾ ਇੱਕ ਪੈਸ਼ਨ ਆ ਵਾਰਡ ਦੇ ਲੋਕਾਂ ਦੀ ਸੇਵਾ ਕਰਨਾ। ਬਸ ਮੈਂ ਇਹੀ ਕਹਿਣਾ ਚਾਹੂੰਗਾ, ਇਸ ਤੋਂ ਇਲਾਵਾ ਤਾਂ ਮੇਰੇ ਹਿਸਾਬ ਨਾਲ ਗੱਲ ਨਹੀਂ ਬਚਦੀ। ਇਸ ਸਵਾਲ ਦਾ ਵੈਸੇ ਕੋਈ ਮਤਲਬ ਨਹੀਂ ਉੱਠਦਾ, ਪਰ ਫਿਰ ਵੀ ਮੈਂ ਪੁੱਛਣਾ ਕਿਉਂਕਿ ਕਈ ਵੇਲੇ ਲੋਕ ਕਹਿੰਦੇ ਨੇ ਕਿ ਇਹ ਸਵਾਲ ਕਿਉਂ ਨਹੀਂ ਪੁੱਛਿਆ। ਤੁਸੀਂ ਜਾਣਦੇ ਹੋ ਤਾਂ ਕੋਈ ਉਲਾਂਭਾ ਤਾਂ ਨਹੀਂ ਮਿਲਦਾ? ਜੇ ਦੇਖੋ ਇਸ ਚੀਜ਼ ਦੀ ਵੀ ਮੈਂ ਤੁਹਾਨੂੰ ਗੱਲ ਕਰਦਾ, ਜੇ ਮੈਂ ਆਪਣੇ ਮੂੰਹ ਇਹ ਗੱਲ ਕਹੂੰਗਾ ਉਹ ਫੇਰ ਉਹੀ ਗੱਲ ਆ ਗਈ ਕਿ ਆਪਣੀਆਂ ਸਿਫਤਾਂ ਆਪ ਹੀ ਕਰਨੀਆਂ। ਪਰ ਜੇ ਮੈਂ ਬਾਰ-ਬਾਰ ਕਰੀ ਜਾਊਂਗਾ ਕਹਿਣਾ ਪਤਾ ਨਹੀਂ ਸਿਖਾ ਕੇ ਬਿਠਾਇਆ। ਮੈਂ ਤੁਹਾਨੂੰ ਇਹ ਕਹੂੰਗਾ ਕਿ ਮੇਰੇ ਤੋਂ ਤੁਸੀਂ ਇਹ ਗੱਲਾਂ ਮੇਰੇ ਤੋਂ ਨਾ ਪੁੱਛੋ ਜੀ ਬਾਹਰ ਆਂਦੇ। ਇਹ ਤੁਸੀਂ ਕੋਈ ਵੀ ਰੈਂਡਮਲੀ ਮੇਰੇ ਵਾਰਡ ਦਾ ਰੈਂਡਮਲੀ ਕੋਈ ਵੀ ਘਰ ਪਿਕ ਕਰ ਲਓ, ਪਰਮਾਤਮਾ ਦੀ ਦਇਆ ਨਾਲ ਮੈਨੂੰ ਕੋਈ ਵੀ ਉਲਾਂਭਾ ਅੱਜ ਤੱਕ ਜਿੰਨੇ ਦਿਨ ਹੋ ਗਏ ਸ਼ੁਰੂ ਆਫੀਸ਼ੀਅਲੀ ਇਲੈਕਸ਼ਨ ਸਟਾਰਟ ਹੋਏ ਨੂੰ ਵੀ ਮੈਨੂੰ ਕੋਈ ਉਲਾਂਭਾ ਨਹੀਂ ਮਿਲਿਆ। ਇਨਫੈਕਟ ਮੈਨੂੰ ਪਿਆਰ ਹੀ ਮਿਲ ਰਿਹਾ। ਸਾਰੇ ਮੈਨੂੰ ਕਹਿੰਦੇ ਤੁਸੀਂ ਆ ਹੀ ਕਿਉਂ ਰਹੇ ਹੋ, ਤੁਹਾਨੂੰ ਲੋੜ ਕੀ ਆਉਣ ਦੀ, ਜਾ ਕਿਉਂ ਰਹੇ ਹੋ? ਹਾਂ, ਜਾ ਕਿਉਂ ਰਹੇ ਹੋ? ਤੇ ਮੈਨੂੰ ਤਾਂ ਆਸ਼ੀਰਵਾਦ ਵੀ ਤਾਂ ਚਾਹੀਦਾ ਨਾ ਜੀ। ਪਰ ਤੁਸੀਂ ਕਿਉਂ ਜਾ ਰਹੇ ਹੋ? ਮੈਂ ਆਸ਼ੀਰਵਾਦ ਲੈਣ ਜਾ ਰਿਹਾ, ਦੈਟਸ ਇਟ। ਮੈਨੂੰ ਹੋਰ ਕੋਈ ਨਹੀਂ ਹੈ। ਮੇਰੀ ਕੰਟੀਨਿਊਟੀ ਤਾਂ ਪਹਿਲੇ ਹੀ ਰਹੀ ਹੈ। ਮੈਨੂੰ ਲੱਗਦਾ ਹੀ ਨਹੀਂ ਕਿ ਮੈਂ ਇਲੈਕਸ਼ਨ ਦੀ ਕੈਂਪੇਨ ਕਰ ਰਿਹਾ, ਕਿਉਂਕਿ ਮੈਂ ਤਾਂ ਮਿਲਦਾ ਹੀ ਰਿਹਾ। ਮੈਨੂੰ ਹੁਣ ਸਮਝ ਨਹੀਂ ਆਉਂਦਾ ਕਿ ਮੈਂ ਕਿਹਨੂੰ ਮਿਲਾਂ। ਔਰ ਇੱਕ ਮਜ਼ਾਕ ਦੀ ਗੱਲ ਕਰਦਾ, ਜਿਹੜੇ ਮੇਰੇ ਓਪੋਨੈਂਟ ਆ ਉਹਨਾਂ ਨੇ ਬੱਸ ਕਰਾਈ ਪਈ ਆ ਘੰਟੀਆਂ ਮਾਰ ਕੇ ਲੋਕਾਂ ਦੇ ਘਰਾਂ ਦੇ ਵਿੱਚ। ਔਰ ਮੈਂ ਰਿਐਲਿਟੀ ਦੱਸਦਾ ਕਿ ਹੁਣ ਮੇਰੇ ਵਾਰਡ ਦੇ ਮੈਂਬਰ ਜਿਹੜੇ ਹਰਾਸ ਹੋ ਰਹੇ ਆ ਕਿ ਇੰਨਾ ਜ਼ਿਆਦਾ ਵੀ ਘੰਟੀਆਂ ਨਾ ਮਾਰੋ ਘਰਾਂ ਦੇ ਵਿੱਚ ਆ ਕੇ। ਤੋ ਮੇਰੇ ਮਨ ਦੇ ਵਿੱਚ ਹੁਣ ਕਿਤੇ ਆਉਂਦਾ ਕਿ
ਥੋੜਾ ਲੋਕਾਂ ਨੂੰ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਨਾਲ ਰਹਿਣ ਦਿੱਤਾ ਜਾਵੇ ਤਾਂ ਜ਼ਿਆਦਾ ਵਧੀਆ। ਅਪੀਲ ਕਰ ਸਕਦੇ ਨਾ ਤੁਸੀਂ। ਹਾਂ, ਤੁਸੀਂ ਅਪੀਲ ਕਰ ਸਕਦੇ ਆ, ਪਰ ਇੰਨਾ ਨਹੀਂ ਕਿ ਤੁਸੀਂ ਹਰ ਰੋਜ਼ ਹੀ ਕਿਸੇ ਦੇ ਘਰ ਪਹੁੰਚ ਜਾਓ। ਕਿਉਂਕਿ ਤੁਸੀਂ ਵਿੱਚ ਇੱਕ ਚੀਜ਼ ਛੇੜੀ ਆ, ਕੀ ਲੱਗਦਾ ਕਿ ਜਿਹੜੇ ਹਮ ਖਿਆਲੀ ਜਾਂ ਅਕਾਲੀ, ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਓਪੋਨੈਂਟ ਨੇ, ਵਿਰੋਧੀ ਨੇ, ਉਹ ਉਹਨਾਂ ਨੂੰ ਫੋਰਸ ਕਰ ਰਹੇ ਆ ਕਿ ਜਾਓ। ਬਿਲਕੁਲ, ਮੇਰੇ ਕੋਲ ਪਰ ਫਿਰ ਉਹਨਾਂ ਨੇ ਆਪਣਾ ਕੋਈ ਨੁਮਾਇੰਦਾ ਕਿਉਂ ਨਹੀਂ ਖੜਾ ਕੀਤਾ? ਇਹੀ ਤਾਂ ਮੇਰਾ ਕੁਐਸਚਨ ਆ ਕਿ ਮੁੱਦਾ ਹੈ ਨਹੀਂ ਉਹਨਾਂ ਕੋਲ। ਹਾਂ, ਮੇਰਾ ਇਹੀ ਕੁਐਸਚਨ ਆ ਕਿ ਜਿਹੜੇ ਅੱਜ ਮੇਰੇ ਓਪੋਨੈਂਟ ਦੇ ਨਾਲ, ਜਿਹੜਾ ਮੇਰੇ ਆਪੋਜ਼ਿਟ ਕੈਂਡੀਡੇਟ ਖੜਾ ਉਹਦੇ ਨਾਲ ਚੱਲ ਰਹੇ ਆ, ਜਦੋਂ ਉਹਨਾਂ ਨੂੰ ਪਾਰਟੀ ਨੇ ਕਿਹਾ ਸੀ ਕਿ ਤੁਸੀਂ ਇਲੈਕਸ਼ਨ ਲੜੋ, ਤਾਂ ਉਹ ਆਪ ਕਿਉਂ ਨਹੀਂ ਲੜੇ? ਉਹਨਾਂ ਨੇ ਕਿਸੇ ਦੇ ਮੋਢੇ ਤੇ ਬੰਦੂਕ ਕਿਉਂ ਰੱਖੀ? ਜੇ ਉਹਨਾਂ ਨੂੰ ਕੌਨਫੀਡੈਂਸ ਸੀਗਾ ਕਿ ਉਹ ਇਸ ਵਾਰਡ ਦੇ ਵਿੱਚੋਂ ਕੁਝ ਉਹਨਾਂ ਨੂੰ ਵੋਟਾਂ ਮਿਲੂਗੀਆਂ, ਤਾਂ ਉਹ ਆਪ ਲੜਦੇ। ਉਹਨਾਂ ਨੇ ਪਤਾ ਨਹੀਂ ਘੱਟੋ ਘੱਟ 5-7 ਬੰਦਿਆਂ ਨੂੰ ਅਪਰੋਚ ਕੀਤਾ ਗਿਆ। ਫਿਰ ਜਦ ਇਹਨਾਂ ਦੇ ਮਨ ਦੇ ਵਿੱਚ ਇਹ ਹੋ ਗਿਆ ਕਿ ਕਿਤੇ ਇਹ ਵਾਰਡ ਜਿਹੜਾ ਅਨਪੋਜ਼ਡ ਨਾ ਜਿੱਤ ਲੈਣ, ਤੇ ਤਦ ਜਾ ਕੇ ਉਹਨਾਂ ਨੇ ਬਹੁਤ ਫੋਰਸਫੁਲੀ ਕਿਸੇ ਕੈਂਡੀਡੇਟ ਨੂੰ, ਜਿਹੜਾ ਮੇਰਾ ਹੁਣ ਓਪੋਨੈਂਟ ਆ, ਉਹਨੂੰ ਮਨਾਇਆ। ਉਹਦੇ ਵਿੱਚ ਸਾਡੀ ਪਾਰਟੀ ਦੇ ਬੰਦੇ ਵੀ, ਜਿਹੜੇ ਹੁਣ ਹਮ ਖਿਆਲੀ ਆ, ਉਹਨਾਂ ਦੇ, ਜਿਹੜੇ ਮੇਰੇ ਖਿਆਲ ਕੱਲ ਐਕਸਪੈਲ ਵੀ ਹੋ ਚੁੱਕੇ ਆ। ਮੈਂ ਨਹੀਂ ਕਹੂੰਗਾ ਕਿਸੇ ਬਾਰੇ ਵੀ, ਮੈਂ ਪਰਸਨਲੀ ਨਹੀਂ ਕਿਸੇ ਦੇ ਉੱਤੇ ਅਟੈਕ ਕਰੂੰਗਾ, ਬਟ ਸਾਡੀ ਪਾਰਟੀ ਦੇ ਬੰਦਿਆਂ ਨੇ ਵੀ ਪੂਰਾ ਜ਼ੋਰ ਲਗਾਇਆ। ਔਰ ਚਲੋ ਆਪੋਜੀਸ਼ਨ ਦਾ ਤਾਂ ਕੰਮ ਹੀ ਹੈ, ਉਹਨਾਂ ਨੇ ਤਾਂ ਇਹ ਕੰਮ ਕਰਨਾ ਹੀ ਹੁੰਦਾ ਹੈ। ਸੋ ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮੈਨੂੰ ਆਪਣੇ ਵਾਰਡ ਦੇ ਲੋਕਾਂ ਦੇ ਉੱਤੇ ਪੂਰਾ ਭਰੋਸਾ ਆ। ਔਰ ਮੈਂ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦਾ ਕਿ ਜਿਹੜੇ ਵੀ ਅਨਨੈਸੈਸਰੀ, ਬਿਨਾਂ ਕਿਸੇ ਮਤਲਬ ਤੋਂ ਵਿਰੋਧ ਕਰ ਰਹੇ ਆ, ਪਰਮਾਤਮਾ ਉਹਨਾਂ ਨੂੰ ਸਬਰ ਦੇਵੇ। ਔਰ ਆਪਣੇ ਮੈਂ ਵੋਟਰਾਂ ਅੱਗੇ ਅਪੀਲ ਕਰਨੀ ਚਾਹੁੰਦਾ ਆ ਕਿ ਆਉਣ ਵਾਲੀ 14 ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਮੈਨੂੰ ਜਿਤਾਓ ਔਰ ਕਾਮਯਾਬ ਕਰੋ, ਤਾਂ ਕਿ ਮੈਂ ਵਾਰਡ ਦੀ ਸੇਵਾ ਜਿੱਦਾਂ ਅੱਗੇ ਕਰਦਾ ਰਿਹਾ, ਆਉਣ ਵਾਲੇ 5 ਸਾਲਾਂ ਵਿੱਚ ਵੀ ਮੈਂ ਉਸੇ ਢੰਗ ਨਾਲ ਵਾਰਡ ਦੀ ਸੇਵਾ ਕਰਦਾ ਰਹਾਂ। ਧੰਨਵਾਦ, ਜੈ ਹਿੰਦ। ਦੋਸਤੋ, ਅਸੀਂ ਵੀ ਉਮੀਦ ਕਰਦੇ ਹਾਂ ਤੁਹਾਨੂੰ ਜਿਹੜੀ ਅੱਜ ਦੀ ਇਹ ਗੱਲਬਾਤ ਬੜੀ ਚੰਗੀ ਲੱਗੀ ਹੋਵੇਗੀ। ਤੁਸੀਂ ਬੜੇ ਸੁਚੱਜੇ ਹੋ, ਬੜੇ ਸੁਲੱਖਣੇ ਹੋ, ਤੁਹਾਨੂੰ ਪਤਾ ਹੈ ਸਹੀ ਫੈਸਲਾ ਕਿਹੜਾ ਕਰਨਾ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਜੋ ਅਸੀਂ ਗੱਲਾਂ ਕੀਤੀਆਂ ਬਿਲਕੁਲ ਸੱਚ ਨੇ, ਬਿਲਕੁਲ ਸਪਸ਼ਟ ਨੇ। ਫੈਸਲਾ ਤੁਹਾਡਾ ਆ, ਡਿਸੀਜਨ ਤੁਹਾਡਾ ਆ, ਔਰ ਤੁਹਾਨੂੰ ਪਤਾ ਤੁਸੀਂ ਕੀ ਕਰਨਾ। ਸਚਿਨ ਜੀ, ਇੰਨਾ ਸਮਾਂ ਦਿੱਤਾ, ਬਹੁਤ ਸ਼ੁਕਰੀਆ। ਔਰ ਉਮੀਦ ਕਰਦੇ ਹਾਂ ਇਸੇ ਤਰ੍ਹਾਂ ਆਪਾਂ ਜਿਹੜਾ ਫਿਊਚਰ ਵਿੱਚ ਵੀ ਮਿਲਦੇ ਰਹੀਏ, ਔਰ ਤੁਸੀਂ ਇਸੇ ਤਰ੍ਹਾਂ ਨਵੇਂ ਸ਼ਹਿਰ ਦੇ ਲਈ ਕੰਮ ਕਰਦੇ ਰਹੋ। ਥੈਂਕ ਯੂ। ਸਤਿ ਸ਼੍ਰੀ ਅਕਾਲ।